Praise the Lord all. मैं रिदम मेरे मम्मा worship team च है ते usually I'm very nervous when I have to give testimony. ते last week actually last Sunday मैं church नहीं आई सी and मैंने allergic reaction हो गया सी. इस साल ही शुरू होया for some reason pollen allergy ਜਿਹੜੀ ਹੁੰਦੀ ਆ ਤੇ ਉਸ ਤੋਂ ਬਾਅਦ ਨਾਲ ਹੀ ਮੈਨੂੰ ਇੱਥੇ ਇੱਧਰਲੀ ਸਾਈਡ ਤੇ ਟੌਨਸਿਲਸ ਹੋ ਗਏ ਸੀ ਰਾਈਟ ਅਵੇ ਲਾਈਕ ਆਫਟਰ 2 ਡੇਜ਼ ਤੇ ਮੇਰੇ ਮੰਮਾ ਮੈਨੂੰ ਰੋਜ਼ ਕਹਿੰਦੇ ਸੀ ਪਾਸਟਰ ਜੀ ਤੂੰ ਪ੍ਰੇਅਰ ਕਰਾ ਪਾਸਟਰ ਜੀ ਤੂੰ ਪ੍ਰੇਅਰ ਕਰਾ ਤੇ ਮੈਂ ਪਾਸਟਰ ਜੀ ਤੋਂ ਮੈਂ I was so busy with my homework and I was sleeping all day because like ਮੈਨੂੰ I was just sleeping and doing my homework sleeping eating doing my homework ਕੁਛ ਵੀ ਨਹੀਂ ਕਰਦੀ ਸੀ ਤੇ ਮੰਮਾ ਮੈਨੂੰ ਕਹੀ ਜਾਂਦੇ ਸੀ ਕਰ ਲਾ ਫੋਨ ਤੇ ਫਿਰ ਮੈਂ ਥਰਸਡੇ ਨੂੰ ਫੋਨ ਕੀਤਾ ਪਾਸਟਰ ਜੀ ਨੂੰ ਸ਼ਾਮੀ ਤੇ ਜਦੋਂ ਮੈਂ ਫੋਨ ਕੀਤਾ ਐਂਡ ਰਾਈਟ ਅਵੇ ਲਾਈਕ ਮੈਨੂੰ ਸਿਰਫ ਇੱਕ ਦਿਨ ਹੋਇਆ ਸੀ ਟੌਨਸਿਲਸ ਹੋਇਆ ਨੂੰ ਉਦਨ ਤੇ ਮੇਰੇ ਇੱਥੋਂ ਕਾਫੀ ਸਵੈਲਿੰਗ ਸੀਗੀ ਸੋ ਮੇਰੇ ਹਲੇ ਹੋਰ ਜ਼ਿਆਦਾ ਹੋਣੀ ਸੀ ਆਈ ਵਾਜ਼ ਐਕਸਪੈਕਟਿੰਗ ਇਟ ਟੂ ਬੀ ਮੋਰ ਮੇਰੇ ਇੰਡੀਆ ਕਾਫੀ ਹੁੰਦੇ ਸੀ ਇੱਥੇ ਨਹੀਂ ਹੋਏ ਤੇ ਆਈ ਵਾਜ਼ ਐਕਸਪੈਕਟਿੰਗ ਇਟ ਟੂ ਬੀ ਗੈਟਿੰਗ ਲਾਈਕ ਰੀਅਲੀ ਬਿਗਰ ਦੈਨ ਵਾਟ ਇਟ ਵਾਜ਼ ਸੋ ਉਦਨ ਪਾਸਟਰ ਜੀ ਨੇ ਮੇਰੇ ਲਈ ਪ੍ਰੇਅਰ ਕੀਤੀ ਤੇ ਜਦੋਂ ਪ੍ਰੇਅਰ ਕੀਤੀ ਆਈ ਗॉट ਹੀ ਪਾਸਟਰ ਜੀ ਨੇ ਐਂਡ 'ਚ ਮੈਂ ਰੋਣ ਲੱਗ ਪਈ ਪ੍ਰੇਅਰ ਕਰਦੇ ਕਰਦੇ ਆਈ ਵਾਜ਼ ਕ੍ਰਾਈਂਗ ਥਰੂ ਆਊਟ ਲਾਈਕ ਇਟ ਵਾਜ਼ ਲਾਈਕ ਉਸ ਵੇਲੇ ਮੈਨੂੰ ਵਾਈਲ ਆਈ ਵਾਜ਼ ਡੂਇੰਗ ਇਟ ਮੈਨੂੰ ਇੱਥੇ ਮੇਰੇ ਗਲੇ 'ਚ ਆਈ ਐਕਚੁਅਲੀ ਫੈਲਟ ਲਾਈਕ ਦ ਫਾਇਰ ਲਾਈਕ ਆਈ ਐਕਚੁਅਲੀ ਫੈਲਟ ਦ ਹੋਲੀ ਸਪਿਰਿਟ ਐਕਚੁਅਲੀ ਟੱਚਿੰਗ ਮੀ ਲਾਈਕ ਤੇ ਜਦੋਂ ਟੱਚ ਕੀਤੀ ਤੇ ਉਸ ਤੋਂ ਬਾਅਦ ਨੈਕਸਟ ਡੇ ਜਦੋਂ ਮੈਂ ਉੱਠੀ ਮੈਂ ਰਾਤੀ ਦਵਾਈ ਨਹੀਂ ਖਾਧੀ ਮੈਂ ਯੂਜਲੀ ਆਈ ਅਵੋਇਡ ਮੈਡੀਸਿਨਸ ਮੈਨੂੰ ਪਸੰਦ ਨਹੀਂ ਮੈਡੀਸਿਨਸ ਖਾਣੀਆਂ ਸੋ ਮੈਂ ਦਵਾਈ ਨਹੀਂ ਖਾਧੀ ਰਾਤੀ ਐਂਡ ਨੈਕਸਟ ਡੇ ਜਦੋਂ ਮੈਂ ਉੱਠੀ without any medicine and pastor ji ne bhi kiha si you're going to have a testimony and I believed in that and next day I had literally no swelling and even right now aj mainu honi si swelling but there's no swelling literally so that's my testimony in the past week thank you god bless you honi nahi si putter ਕਿ ਬੁਕਿੰਗ ਕਰਾਈ ਸੀ ਅੱਜ ਹੋਣੀ ਸੀ ਪਹਿਲੇ ਬੁਕਿੰਗ ਕਰਾਈ ਸੀ ਡਿਲੀਵਰ ਨਹੀਂ ਹੋਈ God bless you wonderful praise the lord church मेरा नाम दिलशाद है पिछले 2 वीक मैंने ना सेकंड शॉट लगवाया था तो जो मेरे जॉब पर मेरे नाल वाले सी मैनू बार-बार यही कहंदे सी कि सेकंड शॉट ਦੇ ਵਿੱਚ ਬੁਖਾਰ ਬਹੁਤ ਹੁੰਦਾ ਹੈ ਵੀਕਨੈਸ ਆ ਜਾਂਦੀ ਹੈ ਕਈ ਕੁਝ ਮੈਨੂੰ ਡਰਾ ਰਹੇ ਸੀ ਕਾਫੀ ਪਰ ਮੈਂ ਉਹਨਾਂ ਦੀ ਗੱਲ ਦਾ ਇੱਕ ਵੀ ਜਵਾਬ ਨਹੀਂ ਦਿੱਤਾ ਹੈਗਾ ਪਰ ਮੈਨੂੰ ਪਤਾ ਸੀ ਕਿ ਮੇਰੀ ਵੱਲੋਂ ਜਵਾਬ ਖੁਦਾ ਨੇ ਦੇਣਾ ਹੈ तो मैं सेकंड शॉट लगवा के रात को पासी ने फ़ोन किया कि पासी मेरे लिए दुआ करना है कि मैंने सेकंड शॉट लगवाया है तो सुबह मैं काम पर जा सकूं तो पासी ने मेरे लिए दुआ की तो सुबह मैं काम पर गया तो सभी देख कर हैरान कि तुझे कुछ भी नहीं हुआ मैं कहा नहीं मुझे कुछ भी नहीं हुआ मैं ठीक हूँ तो अभी 2 वीक हो गए रेगुलर मैं काम पर जा रहा हूँ खुदा की बड़ी दया है तो पासी का भी बड़ा धन्यवाद करदा कि इन्होंने मेरे लिए प्रेयर की मेरी सैकेंड गवाही है कि मैं अपने चर्च को इंडिया बहुत मिस कर रहा सी काफ़ी हद तो 2 साल हो गए मैं काफ़ी मिस कर रहा सी उत्थे भी चर्च फैमिली सी काफ़ी मैनू प्यार करते सी खुदा ने उही चर्च मैनू इत्थे दे दिता सचमुच मैं खुदा का इन्ना धन्नवाद करदा हां कि उही फैमिली चर्च फैमिली मैनू इत्थे मिली है सारे बहुत प्यार करते हैं खुदा का बड़ा धन्नवाद करदा हां आमेन थैंक यू ग्लोरी टू गॉड प्रेज द लॉर्ड चर्च मैं मम्मी लिए टेस्टिफाई करूँगी कि मम्मी का 2 हफ्ते पहला ना बड़ा ब्लड प्रेशर वध रहा सी ऑलमोस्ट लाइक 200 अप हो जाता सीगा ਤੇ ਉਹਨਾਂ ਦਾ ਸੋਡੀਅਮ ਲੈਵਲ ਬੜਾ ਲੋ ਸੀਗਾ ਡਾਕਟਰ ਨੇ ਕਿਹਾ ਸੀਗਾ ਇਹਨਾਂ ਨੇ ਮੈਂ ਦੱਸਿਆ ਨਹੀਂ ਸੀਗਾ ਜਿਹਨਾਂ ਦਾ ਪੋਟਾਸੀਅਮ ਹਾਈ ਸੀਗਾ ਤੇ ਮੈਂ ਭੈਣਾਂ 'ਚ ਵੂਮਨ ਮਿਨਿਸਟਰੀ 'ਚ ਪ੍ਰਾਰਥਨਾ ਦਿੱਤੀ ਕਿ ਸਾਰੀਆਂ ਭੈਣਾਂ ਪ੍ਰੇ ਕਰਨ ਤੇ ਇਹਨਾਂ ਦਾ ਬਲੱਡ ਪ੍ਰੈਸ਼ਰ ਡਾਊਨ ਆਇਆ ਤਾਂ ਫਿਰ ਇਸ ਹਫ਼ਤੇ ਫਿਰ ਸ਼ੁਰੂ ਹੋ ਗਿਆ ਬਲੱਡ ਪ੍ਰੈਸ਼ਰ ਵਧਣਾ ਮੈਂ ਸਿਸਟਰ ਰੋਜ਼ੀ ਨੂੰ ਫੋਨ ਕੀਤਾ ਪਾਸਟਰ ਜੀ ਨੂੰ ਫੋਨ ਕੀਤਾ ਕਿ ਇਹਨਾਂ ਲਈ ਦੁਆ ਕਰੋ ਸਡਨਲੀ ਦੁਆ ਹੋਈ ਉਦੋਂ ਇੱਕਦਮ ਹੀ ਥੱਲੇ ਚਲਾ ਗਿਆ ਬਲੱਡ ਪ੍ਰੈਸ਼ਰ ਵੈਨ ਵੈਰੀ ਨੋਰਮਲ ਕਿ ਅੱਜ ਤੱਕ ਹਸਪੀਟਲ ਨਹੀਂ ਜਾਣਾ ਪਿਆ ਕਿਉਂਕਿ ਇਹਨਾਂ ਡਰਦੇ ਹੁੰਦੇ ਕਿ ਮੈਨੂੰ ਹਸਪੀਟਲ ਜਾਣਾ ਪੈਂਦਾ ਫਿਰ ਉਹ ਟੀਕੇ ਲਗਾਉਂਦੇ ਆ ਢਿੱਡ ਦੇ ਵਿੱਚ ਸੋਡੀਅਮ ਲੈਵਲ ਸਹੀ ਕਰਨ ਲਈ ਥੈਂਕ ਗॉड ਪ੍ਰਭੂ ਦਾ ਧੰਨਵਾਦ ਹੈ ਬਸ ਰੋਜ਼ੀ ਸਿਸਟਰ ਦਾ ਵੀ ਪਾਸਟਰ ਜੀ ਦਾ ਧੰਨਵਾਦ ਖੁਦਾ ਦਾ ਸ਼ੁਕਰ ਆਮੇਨ ਗਲੋਰੀ ਟੂ ਗॉड प्रेज द लॉर्ड जी और सिस्टर जी मेरी एक छोटी जी सारी चर्च के अगे प्रार्थना है कि मैनू जो कुछ भी इस चर्च के विचों नसीब होया मैं उस नसीब के काबिल नहीं सी मेरी बेटी के घर काफ़ी ट्रबल चल रही है तो उन्होंने जज साहब के कोल चल रहा केस जज साहब ने पहले 8 तरीक उन्होंने दी तो मैं क्या चलो कोई नहीं फर्स्ट डेट है
ਉਸ ਤੋਂ ਬਾਅਦ ਉਹਨਾਂ ਨੇ 8 ਤੋਂ ਬਾਅਦ 12 ਤਰੀਕ ਦੇ ਦਿੱਤੀ। ਮੈਂ ਰਮਨ ਸਿਸਟਰ ਨੂੰ, ਰੋਜੀ ਸਿਸਟਰ ਨੂੰ, ਪਾਸਟਰ ਜੀ ਨਾਲ ਗੱਲ ਕੀਤੀ। ਮੈਂ ਬੜੀ ਟਰਬਲ 'ਚ, ਸਾਰਾ ਦਿਨ ਮੇਰਾ ਰੋਣ 'ਚ ਨਿਕਲਦਾ ਸੀ, ਬਟ ਮੈਂ ਪ੍ਰਾਰਥਨਾ ਵੀ ਕਰਦੀ ਸੀ। ਔਰ ਜਦੋਂ ਸਿਸਟਰ ਜੀ ਮੈਂ ਕੀਤਾ ਤੇ 12 ਤਰੀਕ ਨੂੰ ਜੱਜ ਸਾਹਿਬ ਨੇ ਬੋਲ ਦਿੱਤਾ ਕਿ ਅਗਲੀ ਤਰੀਕ ਤੁਹਾਨੂੰ ਅਲਾਉ ਹੋਗੀ 18 ਦੀ। ਇੱਕਦਮ ਸਾਰੇ ਸਕੇਟ ਹੋ ਗਏ ਵੀ ਸਾਰਾ ਪੇਪਰ ਵਰਕ ਐਵਰੀਥਿੰਗ ਡਨ ਹੈ, ਪਤਾ ਨਹੀਂ ਕੀ ਕਾਰਨ ਕੀ ਹੈ। ਉਹ ਕਹਿੰਦੇ ਨਹੀਂ, ਤੁਹਾਨੂੰ 18 ਤਰੀਕ ਅਸੀਂ ਦੇ ਦਿੱਤੀ ਹੈ। ਜਦ ਮੈਂ ਪਾਸਟਰ ਜੀ ਨਾਲ ਗੱਲ ਕੀਤੀ, ਰਮਨ ਸਿਸਟਰ ਨਾਲ ਕੀਤੀ, ਉਹ ਕਹਿੰਦੇ ਪ੍ਰੇਅਰ ਤੁਸੀਂ ਕਰੋ, ਕੋਈ ਗੱਲ ਨਹੀਂ। ਬਲੀਵ ਕਰਨਾ ਤੁਸੀਂ 12 ਤਰੀਕ ਦੀ 18 ਤਰੀਕ ਪਈ ਹੋਈ ਤੇ 13 ਤਰੀਕ ਜੱਜ ਨੇ ਅਨਾਉਂਸ ਕਰ ਦਿੱਤਾ ਬੋਲ ਕੇ ਮੇਰੀ ਬੇਟੀ ਨੂੰ ਫੋਨ ਕਰਕੇ ਵੀ ਸਭ ਕੁਝ ਤੇਰੇ ਹੱਕ ਵਿੱਚ, ਸਭ ਕੁਝ। ਪ੍ਰੇਜ਼ ਦ ਲਾਰਡ। ਮੈਂ ਬੋਲ ਕੇ ਦੱਸ ਨਹੀਂ ਸਕਦੀ। ਇੱਕਦਮ ਸਾਰੇ ਪਜਲ ਵੀ ਇਸ ਤਰ੍ਹਾਂ ਕਿਸ ਤਰ੍ਹਾਂ ਉਸਦਾ ਆਨਲਾਈਨ 18 ਤਰੀਕ ਚੜੀ ਹੈ ਤੇ ਜੱਜ 12 ਤਰੀਕ ਬੋਲ ਰਿਹਾ ਵੇ। ਪਤਾ ਨਹੀਂ ਉਸ ਸਮੇਂ ਮੇਰੇ ਪ੍ਰਿਯ ਪਰਮਾਤਮਾ ਨੇ, ਮੇਰੇ ਪਰਮੇਸ਼ਰ ਨੇ, ਮੇਰੇ ਜੀਸਸ ਪਿਤਾ ਨੇ ਕਿਸ ਵਜ੍ਹਾ ਦੇ ਨਾਲ ਸਭ ਕੁਝ ਹੀ ਚੇਂਜ ਕਰ ਦਿੱਤਾ ਮੇਰੀ ਬੇਟੀ ਦੇ ਵਾਸਤੇ। ਅੱਜ ਮੇਰੀ ਬੇਟੀ ਆਪਣੇ ਘਰ ਦੇ ਵਿੱਚ ਸਟੇ ਲੈ ਕੇ ਬੈਠੀ ਹੋਈ ਹੈ। ਪ੍ਰੇਜ਼ ਗॉड, ਹਾਲੇਲੂਇਆ। ਬਸ ਮੈਂ ਇਸ ਲਈ ਆਪਦਾ ਧੰਨਵਾਦ ਕਰਦੀ ਹਾਂ। ਬੋਲਣਾ ਤਾਂ ਮੈਨੂੰ ਨਹੀਂ ਆਉਂਦਾ, ਬਸ ਇੰਨਾ ਕੀ ਹੈ। ਚਲੋ ਜੀ, ਠੀਕ ਹੈ। God bless you. Very good. Amen. ਪ੍ਰੇਜ਼ ਦੀ ਲੋੜ ਸਾਰਿਆਂ ਨੂੰ। ਮੈਂ ਹਜੇ ਵੀ ਬੈਠੀ ਝੱਕਦੀ ਸੀ, ਮੈਂ ਉੱਠਾਂ ਨਾ ਉੱਠਾਂ। ਤੇ ਫਿਰ ਅੰਦਰੋਂ ਮੈਨੂੰ ਮੈਂ ਕਿਹਾ ਵਿਸ਼ਾਲ ਜਾਵਾਂ, ਕਹਿੰਦੇ ਜਾਓ। ਮੇਰੇ ਨਾ ਤੁਹਾਨੂੰ ਦੇਖਿਆ ਹੀ ਹੋਣਾ, ਮੈਂ ਬਿਲਕੁਲ ਤੁਰ ਨਹੀਂ ਹੁੰਦਾ ਸੀ, ਬਿਲਕੁਲ ਇੰਜ ਕਰਕੇ ਤੁਰਦੀ ਹੁੰਦੀ ਸੀ। ਤੇ ਸਭ ਤੋਂ ਪਹਿਲਾਂ ਮੇਰੇ ਲੈਫਟ ਗੋਡੇ ਦੀ ਸਰਜਰੀ ਹੋਈ। ਤੇ ਜਦੋਂ ਰਾਤ ਨੂੰ ਸਰਜਰੀ ਦਿਨੇ ਹੋਈ ਤੇ ਸਵੇਰੇ ਸਵੇਰੇ ਮੇਰੇ ਕੋਲ ਨਰਸ ਆ ਕੇ ਕਹਿੰਦੀ ਥੋੜਾ ਦਰਦ ਹੁੰਦੀ ਆ। ਮੈਂ ਕਿਹਾ ਨਹੀਂ। ਉਹਨੂੰ ਕਿਹਾ ਇਹਨੂੰ ਪਤਾ ਨਹੀਂ ਲੱਗਾ। ਕਹਿੰਦੀ ਆਪਣੇ ਬੇਟਿਆਂ ਨੂੰ ਇੰਗਲਿਸ਼ 'ਚ ਕਿਹਾ ਬੇਟਿਆਂ ਨੂੰ ਫੋਨ ਲਗਾਓ। ਮੈਂ ਲਗਾਇਆ ਤੇ ਕਹਿੰਦੇ ਵੀ ਇਹਨੂੰ ਕਹੋ ਕਿੰਨੀ ਦਰਦ ਹੁੰਦੀ ਆ, 0 ਤੋਂ ਲੈ ਕੇ 10 ਤੱਕ ਕਿੰਨੀ ਦਰਦ ਹੁੰਦੀ ਆ। ਮੈਂ ਕਿਹਾ ਮੇਰੇ 0 ਦਰਦ ਹੁੰਦੀ, ਬਿਲਕੁਲ ਨਹੀਂ ਹੁੰਦੀ। ਕਹਿੰਦੇ ਨਾਲ ਦੇ ਬੈੱਡ ਵਾਲਾ ਜਿਹੜਾ ਆ ਉਹਦੇ ਇੰਨੀ ਦਰਦ ਹੁੰਦੀ, ਮੈਂ ਹੁਣੇ ਉਹਨੂੰ ਦਵਾਈ ਦੇ ਕੇ ਆਈ ਹਾਂ, ਫਿਰ ਨਹੀਂ ਉਹਨੂੰ ਹਟਿਆ, ਹੁਣ ਇੰਜੈਕਸ਼ਨ ਲਾ ਕੇ ਆਈ ਹਾਂ। ਮੈਂ ਕਿਹਾ ਮੇਰੇ 0 ਦਰਦ ਆ। ਕਹਿੰਦਾ ਠੀਕ ਆ। ਤੇ ਉਸ ਤੋਂ ਬਹੁਤ ਜਲਦੀ ਮੇਰੀ ਰਿਕਵਰੀ ਹੋ ਗਈ ਇਸ ਲੱਤ ਦੀ। ਤੇ 4 ਮਹੀਨੇ ਬਾਅਦ ਮੇਰੀ ਰਾਈਟ ਸਾਈਡ ਦੀ 1 ਮਹੀਨਾ ਹੋਇਆ ਸਰਜਰੀ ਹੋਈ ਨੂੰ। ਤੇ 1 ਮਹੀਨੇ ਦੇ ਵਿੱਚ ਮੈਨੇ ਆਪਣੇ ਆਪ, ਮੈਨੂੰ ਸੋਚ ਵੀ ਨਹੀਂ ਸਕਦੀ ਸੀ ਮੈਂ ਸਟਿੱਕ ਰੱਖ ਦੂੰਗੀ। ਪਰ ਸਟਿੱਕ ਮੈਂ ਲੈਂਦੀ ਹਾਂ ਵੀ ਤਾਂ ਕਿਸੇ ਵੇਲੇ ਡੋਲ ਕੇ ਡਿੱਗ ਨਾ ਜਾਵਾਂ। ਪਰ ਮੈਂ ਚੱਲ ਸਕਦੀ ਹਾਂ, ਮੇਰੇ ਕੋਈ ਦਰਦ ਨਹੀਂ ਹੈਗੀ। ਜੋ ਵੀ ਮੈਨੂੰ ਇਨਫੈਕਸ਼ਨ ਵਗੈਰਾ ਜੋ ਹੋਈ ਆ ਉਹ ਪ੍ਰੇਅਰ ਦੇ ਨਾਲ ਸਾਰੀ ਬਿਲਕੁਲ ਮੈਂ ਠੀਕ ਆ। ਹੁਣ ਮੈਂ ਬਿਨਾਂ ਸਟਿੱਕ ਤੋਂ ਚੱਲਦੀ ਹਾਂ। ਪ੍ਰਭੂ ਨੇ ਜਿੰਨੀ ਕੁ ਮੈਨੂੰ ਹੀਲਿੰਗ ਦਿੱਤੀ, ਬਹੁਤ ਜ਼ਿਆਦਾ ਦਿੱਤੀ ਆ। ਤੇ ਬਾਕੀ ਬਹੁਤ ਜਲਦੀ ਮੈਂ ਅੱਜ ਸਟਿੱਕ ਤੋਂ ਬਗੈਰ ਵੀ ਜਾਣ ਲੱਗ ਪਾਵਾਂਗੀ। ਸਾਰਿਆਂ ਨੂੰ ਜੈ ਮਸੀਹ। Amen. ਖੁਦਾਵੰਦ ਯਿਸੂ ਮਸੀਹ ਦੇ ਨਾਂ ਦੀ ਤਾਰੀਫ ਹੋਵੇ। ਪਹਿਲਾਂ ਤਾਂ ਮੈਂ ਸ਼ੁਕਰ ਕਰਦੀ ਹਾਂ ਐਸ ਥੈਂਕਸ ਗਿਵਿੰਗ ਵਾਸਤੇ, ਕਿਉਂਕਿ ਲਾਸਟ ਈਅਰ ਨੋਟ ਲਾਸਟ ਈਅਰ, ਇਸੇ ਸਾਲ ਮੈਂ ਬਹੁਤ ਸਿੱਖ ਸੀਗੀ ਜਨਵਰੀ ਦੇ ਵਿੱਚ। ਤੇ ਖੁਦਾਵੰਦ ਦਾ ਸ਼ੁਕਰ ਹੋ ਕੇ ਉਹਨੇ ਮੈਨੂੰ ਦੁਬਾਰਾ ਜ਼ਿੰਦਗੀ ਬਖਸ਼ੀ ਹੈ। ਤੇ ਇੱਕ ਹੁਣ 4 ਹਫ਼ਤੇ ਪਹਿਲਾਂ ਮੈਨੂੰ ਬਹੁਤ ਵਰਟੀਗੋ ਹੋ ਰਹੀ ਸੀਗੀ, ਚੱਕਰ ਆਉਂਦੇ ਸੀਗੇ। ਤੇ ਮੈਂ 4 ਹਫ਼ਤੇ ਤੱਕ ਹਸਪੀਟਲ, ਮਤਲਬ 3-4 ਦਿਨ ਮੈਂ ਹਸਪੀਟਲ ਰਹੀ ਹਾਂ। ਤੇ ਖੁਦਾ ਦਾ ਸ਼ੁਕਰ ਕਰਦੀ ਹਾਂ ਮੇਰੀ ਹੀਲਿੰਗ ਵਾਸਤੇ। ਤੇ ਇੱਕ ਹੋਰ ਚੀਜ਼ ਆ ਜਿਹੜੀ ਕਿ ਮੈਂ ਬੈਠੀ ਆਪਣੇ ਆਪ ਹੀ ਆਪਣੇ ਨਾਲ ਜਦੋਜਹਿਦ ਕਰ ਰਹੀ ਸੀ ਬੈਠੀ ਹੋਈ ਕਿ ਮੇਰੀ ਹੀਲਿੰਗ ਵਾਸਤੇ। ਪਰ ਮੇਰਾ ਵਿਸ਼ਵਾਸ ਹੈ ਕਿ ਪ੍ਰਭੂ ਮੈਨੂੰ ਕਹਿ ਰਿਹਾ ਸੀਗਾ ਤੂੰ ਉੱਠ ਕੇ ਖੜੀ ਹੋ ਕੇ ਆਲਰੇਡੀ ਟੈਸਟੀਫਾਈ ਕਰਦੇ ਯੂ ਆਰ ਹੀਲਡ। ਡਾਕਟਰਾਂ ਦੀ ਇੰਤਜ਼ਾਰ ਨਾ ਕਰਕੇ ਡਾਕਟਰ ਤੈਨੂੰ ਰਿਪੋਰਟ ਦੇਣਗੇ ਤੇ ਫਿਰ ਤੂੰ ਟੈਸਟੀਫਾਈ ਕਰੇ। ਕਿਉਂਕਿ ਮੈਂ ਬੈਠੀ ਹੋਈ ਇਹ ਕਰ ਰਹੀ ਸੀ, ਹਾਲੇ ਮੈਂ ਡਾਕਟਰਾਂ ਦੀ ਰਿਪੋਰਟ ਲੈਣੀ ਹੈ ਤਾਂ ਟੈਸਟੀਫਾਈ ਕਰਾਂ। ਮੈਨੂੰ ਪ੍ਰਭੂ ਦੇ ਵੱਲੋਂ ਆਵਾਜ਼ ਆ ਰਹੀ ਸੀ, ਮੇਰੇ ਦਿਲ ਦੇ ਵਿੱਚ ਕਨਵਿਕਸ਼ਨ ਹੋ ਰਹੀ ਸੀਗੀ ਕਿ ਨਹੀਂ ਤੂੰ ਡਾਕਟਰਾਂ ਦੀ ਵੇਟ ਕਿਹੜੀ ਚੀਜ਼ ਕਰਨੀ, ਤੈਨੂੰ ਮੇਰੇ ਤੇ ਵਿਸ਼ਵਾਸ ਨਹੀਂਗਾ, ਤੂੰ ਮੇਰੇ ਤੇ ਵਿਸ਼ਵਾਸ ਕਰਕੇ ਟੈਸਟੀਫਾਈ ਕਰ ਖੜੀ ਹੋ ਕੇ। ਤੇ ਮੇਰੇ ਇੱਕ ਵਾਰੀ ਮਤਲਬ ਕਿ ਲਾਸਟ 2 ਹਫ਼ਤੇ ਹੋ ਗਏ ਕਿ ਡਾਕਟਰਸ ਨੇ ਮੈਨੂੰ ਕਾਲ ਕੀਤੀ ਕਿ ਮੇਰੇ ਲੰਗਸ ਦੇ ਵਿੱਚ ਛੋਟੇ ਛੋਟੇ ਫਾਈਬਰੋਇਡਸ ਹੈਗੇ ਨੇ ਜਿਹਨੂੰ ਨਿਊਜ਼ਲਸ ਕਹਿੰਦੇ ਨੇ। ਤੇ ਉਸ ਚੀਜ਼ ਨੇ ਮੈਨੂੰ ਬਹੁਤ ਪਰੇਸ਼ਾਨ ਕਰ ਦਿੱਤਾ। ਤੇ ਮੈਂ ਕਿਹਾ ਵੀ ਕੀ ਬਣ ਰਿਹਾ ਹੈਗਾ ਮੇਰੇ ਨਾਲ, ਇਹ ਕਿਉਂ ਹੋ ਰਿਹਾ ਹੈਗਾ। ਤੇ ਮੈਂ ਨਾ ਇੱਕ ਡਾਕਟਰ ਕੋਲੇ ਗਈ, ਉੱਥੇ ਬੈਠੇ ਹੋਏ ਸੀ ਡਾਕਟਰਸ, ਬਲੱਡ ਵਰਕ ਵਾਲਾ ਡਾਕਟਰ ਸੀ ਉਹ ਮੇਰਾ। ਵੈਸੇ ਉਹ ਡਾਕਟਰ ਨੇ ਜਿਹਨੇ ਕਿ ਮੈਨੂੰ ਦੱਸਣਾ ਸੀਗਾ। ਤੇ ਜਦੋਂ ਮੈਂ ਉਸ ਡਾਕਟਰ ਕੋਲੇ ਗਈ ਤੇ ਉਹਨੇ ਮੈਨੂੰ ਕਹਿੰਦਾ ਕਿ ਤੇਰਾ ਲੰਗਸ ਦਾ ਕੈਟ ਸਕੈਨ ਹੋਇਆ। ਮੈਂ ਕਿਹਾ ਯੈਸ। ਤੇ ਕਹਿੰਦਾ ਕਿ ਅੱਛਾ ਇਹ ਕੋਈ ਪ੍ਰੋਬਲਮ ਨਹੀਂ ਗੀ, ਐਡੀ ਵੱਡੀ ਪ੍ਰੋਬਲਮ। ਮੈਂ ਕਿਹਾ ਕਿਉਂ, ਇਹ ਤਾਂ ਲੰਗਸ ਦੇ ਵਿੱਚ ਜਿਹੜੇ ਨੋਜੂਲਸ ਹੈਗੇ, ਦਿਸ ਇਜ਼ ਦਾ ਪ੍ਰੋਬਲਮ।
ਕਹਿੰਦਾ ਨਹੀਂ ਮੈਂ ਆਪਣੀ ਵਾਈਫ ਨੂੰ ਤੈਨੂੰ ਕਾਲ ਕਰ, ਕਿਉਂਕਿ ਉਹ ਡਾਕਟਰ ਆਫ ਰੇਡੀਓਲੋਜਿਸਟ ਹੈਗੀ ਹੈ ਤੇ ਉਹਨੇ ਬਹੁਤ ਪੇਸ਼ੈਂਟਸ ਦੇ ਵੇਖੇ ਹੈਗੇ ਆ, ਉਹ ਹੀਲ ਹੋ ਜਾਂਦੇ ਜਿਨ੍ਹਾਂ ਨੂੰ COVID-19 ਹੋਇਆ, ਕਈਆਂ ਪੇਸ਼ੈਂਟਸ ਦੇ ਹੈਗੇ ਨੇ ਤੇ ਇਟ ਹੀਲਸ ਆਫਟਰ ਐਟਲੀਸਟ ਅ ਈਅਰ। ਤੇ ਮੈਨੂੰ ਖੁਦਾ ਨੇ ਉਸੇ ਟਾਈਮ ਤੇ ਬੜੀ ਤਸੱਲੀ ਦਿੱਤੀ ਤੇ ਖੁਦਾ ਦਾ ਸ਼ੁਕਰ ਕਰਦੀ ਹਾਂ। ਮੈਂ ਇਸ ਤੋਂ ਪਹਿਲਾਂ ਮੈਂ ਪਾਸਟਰ ਜੀ ਨੂੰ ਕਾਲ ਕੀਤੀ, ਰੋਜ਼ ਜੀ ਨੂੰ, ਆਪਣੇ ਵੂਮਨ ਮਿਨਿਸਟਰੀ ਦੇ ਵਿੱਚ ਸਾਰਿਆਂ ਨੂੰ ਮੈਂ ਕਾਲ ਕਰਕੇ ਕਿਹਾ ਕਿ ਮੇਰੀ ਇਹ ਪ੍ਰੋਬਲਮ ਹੈਗੀ ਹੈ ਤੇ ਖੁਦਾ ਦਾ ਸ਼ੁਕਰ ਹੋਵੇ, ਪ੍ਰਭੂ ਦਾ ਨਾਂ ਦੀ ਤਾਰੀਫ ਹੋਵੇ, ਉਸਨੇ ਮੈਨੂੰ ਹੀਲ ਕੀਤਾ। ਇੱਕ ਮੇਰੀ ਹੋਰ ਪ੍ਰੋਬਲਮ ਸੀਗੀ, ਕਿਉਂਕਿ ਲਿਵਰ ਦੀ ਪ੍ਰੋਬਲਮ ਸੀਗੀ, ਮੇਰੇ ਐਂਜ਼ਾਈਮ ਜਿਹੜੇ ਸੀਗੇ ਕਾਫੀ ਹਾਈ ਚੱਲ ਰਹੇ ਸੀਗੇ ਤੇ ਉਸ ਐਂਜ਼ਾਈਮ ਦੇ ਵਿੱਚ ਮੈਨੂੰ ਡਾਕਟਰਸ ਨੇ ਮੈਨੂੰ ਕਾਲ ਕਰਕੇ ਕਿਹਾ ਕਿ ਜਿੰਨੀ ਛੇਤੀ ਹੋ ਸਕਦਾ ਉਨੀ ਛੇਤੀ ਡਾਕਟਰ ਨਾਲ ਤੂੰ ਅਪਾਇੰਟਮੈਂਟ ਬਣਾ, ਹੈਪਾਟੋਲੋਜਿਸਟ ਨਾਲ, ਲਿਵਰ ਡਾਕਟਰ ਦੇ ਨਾਲ। ਤੇ ਮੈਂ ਡਾਕਟਰ ਦੇ ਨਾਲ ਅਪਾਇੰਟਮੈਂਟ ਬਣਾ ਲਈ ਤੇ ਮੇਰਾ ਲਿਵਰ ਤੇ ਠੀਕ ਹੈਗਾ, ਪਰ ਦੇਰ ਇਜ਼ ਸਮ ਪ੍ਰੋਬਲਮ। ਤੇ ਮੇਰਾ ਵਿਸ਼ਵਾਸ ਹੈ ਕਿ ਪ੍ਰਭੂ ਮੈਨੂੰ ਉਸ ਪ੍ਰੋਬਲਮ ਤੋਂ ਵੀ ਮੈਨੂੰ ਹੀਲ ਕਰੇਗਾ। ਆਮੇਨ ਕਿ ਆਈ ਰਿਸੀਵ ਮਾਈ ਹੀਲਿੰਗ ਵਿਦ ਦ ਫੇਥ। ਤੇ ਮੈਂ ਬੈਠੀ ਹੋਈ ਸਟਰਗਲ ਕਰ ਰਹੀ ਸੀ, ਪਰ ਪ੍ਰਭੂ ਨੇ ਮੈਨੂੰ ਠੀਕ ਕੀਤਾ। ਮੈਂ ਪ੍ਰਭੂ ਦਾ ਸ਼ੁਕਰ ਕਰਦੀ ਹਾਂ। Praise God. Hallelujah. Amen. Thank you. Sister, आज उधर आप लोग बैठ सकते हैं जिन्होंने टेस्टिफाई कर दिया है। सिस्टर जी 2 मिनट में आप। Praise the Lord. Amen. प्रेज द लॉर्ड चर्च। Praise the Lord. आप मेरा नाम तो जानते ही हैं, पिछली बारी गवाही दी थी। मेरी गवाही ऐसी नहीं है कि जब कुछ हो तो तब देनी है, जब कुछ अच्छा हो तो तब देनी है। अब ये भी सॉन्ग भी गाया था, शुक्रगुजारी जब कुछ ना हो तो भी करनी है। उसका मतलब यही है कि गवाही भी जब भी दे सकते हैं, कुछ अच्छा इतना ना हो तब भी। कोई जरूरी नहीं है कि कुछ हो, लेकिन जब खुदा कुछ समझ देवे आपको कि करना क्या है, वो भी एक शुक्रगुजारी है। तो कुछ ऐसा ही हुआ है कि पिछली बारी जब मैंने गवाही दी थी क्रूस उठाने की कि कोशिश जारी है, तो उस कोशिश में कल कुछ ऐसा हुआ कि कल कुछ मैंने अपने फैमिली मेंबर्स को कुछ घर में थैंक्स गिविंग के लिए बुलाया हुआ था, जिनको कि मैंने तकरीबन 8-9 साल के बाद में बुलाया। अब मैं पिछले 3-4 सालों से लोगों से मिलने जुलने का इंटरेस्ट जो है वो छोड़ चुकी हूँ, क्योंकि कुछ न कुछ ऐसी बातें होती हैं कि जिसमें के दिल फिर दुखता है। तो जब से मसीह में हूँ तब से ये मैंने छोड़ दिया है। तो कल जब कुछ लोग आए, 8-10 लोग आए, तो कुछ ऐसी बात हुई जो कि मुझे खुद भी नहीं समझ में आई। बात करते करते किसी को कुछ बुरा लगा और वो उठ के चले गए। तो चले गए तो कुछ समझ में नहीं आई, बुरा तो लगा। लेकिन जब रात को मैं जब प्रार्थना में गई तो मैंने प्रभु जी से पूछा कि ये प्रभु जी क्यों हुआ। तो बार बार जैसे कि हम जानते हैं कि शैतान जो है हमें बौखलाने की, वर्गलाने की कोशिश करता है। देखिए जी ये हो गया, वो हो गया ना, प्रभु को पुकारते हो ये हो गया। एनीवेज रात को काफी देर हो गई थी, लेकिन जब आज मैं सवेरे जब प्रार्थना में गई तो प्रभु जी ने तब मुझे समझ दी कि यहाँ पर ये गलती हुई थी। तो मैंने प्रभु जी से कहा कि क्या मुझे सॉरी बोलना चाहिए, मुझे माफी मांगनी चाहिए। तो मैंने मैसेज किया उस पर्सन को कि कॉल मी बैक। मैंने फोन किया, नहीं उठाया, मैंने आई लेफ्ट द मैसेज कॉल मी बैक, पर अभी तक नहीं आया। तो अभी जब हम प्रार्थना में खड़े थे तो जो पहला वाला जो वर्शिप सॉन्ग था जिसमें ये कहा गया कि दुनिया से आपको कोई भी सुकून, शांति, सुख, आनंद कुछ नहीं मिलेगा, ये वर्डिंग थी उसमें। दैट वाज फॉर मी, आई रिसीव्ड। Amen. I received exactly that Yes. way. Amen. कि दुनिया से वाकई में वो ये भी बोला गया था जो कुछ भी है मसीह में मिलेगा, मेरे साथ मिलेगा, दुनिया के साथ नहीं मिलेगा। तो मैं समझ गई कि दिस आंसर इज फॉर मी, व्हाट हैपन, कि दुनिया से वाकई में कुछ नहीं मिलेगा। तो अभी जब हम बिल्कुल ही जब डीप प्रेयर के अंदर थे, जब सिस्टर रमन जो गा रही थी, तो वाकई में प्रभु जी ने मुझे कहा कि यहीं से खड़ी होकर, मैं खड़ी नहीं हो रही थी गवाही के लिए, लेकिन मुझे दिल में दिया प्रभु जी ने कि वो गवाही जो थी अभी अधूरी है, वो धीरे धीरे पूरी हो रही है, लेकिन जिस दिन पूरी होगी उस दिन कुछ खास होगा। तो तभी अभी जब मुझे प्रार्थना में प्रभु जी ने ये समझ दी कि जब तुम मुझसे ये मांगती हो
कि मेरी कॉलिंग मुझे बता प्रभु जी के क्या है। और जब गवाही देती हो यहाँ खड़ी होकर के जो क्रूस उठाया गया है उसकी कोशिश जारी है, तो फिर दुनियावी बातें क्यों करती हो, दुनिया वालों के साथ क्यों चलती हो? जब तेरी दुनिया मेरे साथ है तो वो क्यों है? फिर क्रूस उठाना है तो एक जगह छोड़नी पड़ेगी और मेरी दुनिया में आना होगा। तो ये समझ मुझे प्रार्थना में बिल्कुल जब हम डीप थे तभी मेरे दिल के अंदर आई Praise God. कि मांगती हो कि कॉलिंग दे, तो मैं कॉलिंग के लिए जो मैंने रखा हुआ है, अगर तुमको दुनिया की तरफ जाना है तो मैं तुमको कॉलिंग कैसे दूं? देयर इज नो वे। Hallelujah. तो जब Praise समझ दी तो मैंने कहा नहीं, ये जरूरी नहीं है कि कुछ जब हो तो तभी गवाही देनी है। प्रभु ने इतनी बड़ी समझ दी है, उसके लिए भी खड़े होकर शुक्रगुजारी बहुत जरूरी है। Praise God. और ये Hallelujah. उसी के लिए शुक्रगुजारी है कि Amen. आगे बढ़ने की थोड़ी और उम्मीद आई है। समझ में आ गया है कि दुनिया में वाकई में नहीं मिलेगा। ये गाने में ही पहली वर्शिप में ही प्रभु ने मुझे बता दिया दिस इज द वे। Amen. God bless थैंक you. यू वेरी मच। Amen. Thank you.